सत श्री अकाल दोस्तों, वैलकम टू माई यूट्यूब चैनल। आई होप कि तुहानू पिछलियां 2 वीडियोज़ का कंटेंट वधिया लग्या होवेगा। अपना अज का टॉपिक हैगा G20। सब तो पहला आपां डिस्कस करांगे कि G20 बनी किवें। G20 का गठन 1999 च होया सी। उस टाइम की सीगा, एशिया दे विच फाइनैंशियल क्राइसिस आए हुए सी। फाइनैंशियल क्राइसिस मतलब वित्ती संकट, जिमें कि आपां देखिया साल 1.5 साल पहला जिमें श्रीलंका दे विच आ गए सी वित्ती संकट। 10 रुपये चाह का कप 150 रुपये का विक रहा सी। जदों चीज़ां ज़्यादा महंगियां हो जांदियां आम प्राइस नालों, तां उसनूं आपां की कहने वित्ती संकट कहने आ। ते इस दे चलदे ही थाईलैंड वर्गे देश ते होर भी बहुत सारे देश सी जिन्हां ने अपनी करंसी मतलब मुद्रा उसका डीवैल्यूएशन स्टार्ट करता सी। ਤਾਂ इस चीज़ ਨੂੰ मद्देनज़र रखते हुए G20 समूह बनाया गया ताकि हरेक कंट्री ਦੇ ਵਿੱਚ फाइनैंशियल स्टेबिलिटी ਰਹਿ सके। ਤੇ ਜਿਹੜਾ ਇਹ ਸਮੂਹ ਬਣਾਇਆ ਗਿਆ ਸੀ ਇਹਦੇ ਵਿੱਚ ਡੈਵਲਪਡ ਅਤੇ ਡੈਵਲਪਿੰਗ ਕੰਟਰੀਜ਼। ਡੈਵਲਪਡ ਮਤਲਬ ਜਿਹੜੇ ਵਿਕਸਿਤ ਹੋ ਚੁੱਕੇ ਹੈ ਜਿਵੇਂ ਕਿ USA ਕੈਨੇਡਾ, ਤੇ ਡੈਵਲਪਿੰਗ ਜਿਵੇਂ ਕਿ ਇੰਡੀਆ ਜਿਹੜਾ ਹਾਲੇ ਚੱਲ ਰਿਹਾ ਵਿਕਾਸ ਦੇ ਰਸਤੇ ਤੇ ਚੱਲ ਰਿਹਾ ਅੰਡਰ ਪ੍ਰੋਸੈਸ ਹੈ। ਇਹ ਦੋਨੋਂ ਦੇਸ਼ ਸ਼ਾਮਿਲ ਕੀਤੇ ਗਏ ਸੀ ਇਹਦੇ ਵਿੱਚ। ਤੇ ਇੱਕ ਚੀਜ਼ ਆਪਾਂ ਨੇ ਇਹਦੇ ਵਿੱਚ ਹੋਰ ਧਿਆਨ ਰੱਖਣੀ ਹੈ ਵੀ ਜਦੋਂ G20 ਦਾ ਗਠਨ ਹੋਇਆ 1999 ਦੇ ਵਿੱਚ, ਤਾਂ ਜਿਹੜਾ ਭਾਰਤ ਹੈ ਉਹ G20 ਦਾ ਫਾਊਂਡਿੰਗ ਮੈਂਬਰ ਹੈ। ਮਤਲਬ ਭਾਰਤ G20 ਤੋਂ ਦਾ ਮੈਂਬਰ 1999 ਤੋਂ ਹੀ ਹੈ। ਇਹ ਕੁਐਸਚਨ ਪੁੱਛ ਸਕਦਾ ਹੈ ਵੀ ਇੰਡੀਆ ਇਜ਼ ਅ ਫਾਊਂਡਿੰਗ ਮੈਂਬਰ ਆਫ G20, ਤਾਂ ਆਪਾਂ ਨੇ ਆਨਸਰ ਕੀ ਲਗਾ ਕੇ ਆਣਾ ਯੈਸ। ਤੇ ਇਹ ਤਾਂ ਹੋ ਗਈ ਆਪਣੀ ਹਿਸਟਰੀ G20 ਦੀ। ਤੇ ਹੁਣ ਆਪਾਂ ਡਿਸਕਸ ਕਰਾਂਗੇ, ਇਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਜੋ G20 ਹੈ ਉਹ ਕਿੱਥੇ ਹੋਈ ਹੈ, ਇੰਡੀਆ ਦੇ ਵਿੱਚ ਹੋਈ ਹੈ। ਬਟ ਆਪਾਂ ਨੇ ਜਿਹੜੇ ਪੁਆਇੰਟਸ ਡਿਸਕਸ ਕਰਨੇ ਆ ਵੀ ਇੰਡੀਆ ਦੇ ਵਿੱਚ ਕਿੱਥੇ ਹੋਈ ਹੈ, ਕਿਸ ਡੇਟ ਨੂੰ ਹੋਈ ਹੈ, ਤੇ ਕਿਹੜੇ ਕਿਹੜੇ ਮੈਂਬਰ ਕੰਟਰੀਜ਼ G20 ਦੇ ਵਿੱਚ ਹੈਗੇ ਨੇ, ਤੇ ਕਿਹੜਾ ਨਵਾਂ ਦੇਸ਼ ਹੈ ਜਿਹੜਾ ਹੁਣ G20 ਦਾ ਨਵਾਂ ਮੈਂਬਰ ਬਣਿਆ। ਤੇ ਇਹ ਸਾਰਾ ਕੁਝ ਆਪਾਂ ਬਹੁਤ ਹੀ ਆਸਾਨ ਢੰਗ ਨਾਲ ਤੇ ਸ਼ਾਰਟ ਟ੍ਰਿਕਸ ਨਾਲ ਯਾਦ ਕਰਾਂਗੇ। ਸਭ ਤੋਂ ਪਹਿਲਾਂ ਜੋ G20 ਦੀ ਡੇਟ ਹੈਗੀ ਹੈ ਜੋ ਭਾਰਤ ਦੇ ਵਿੱਚ ਹੋਈ ਹੈ ਨਿਊ ਦਿੱਲੀ ਦੇ ਵਿੱਚ, ਉਹ ਹੋਈ ਹੈ 9 ਅਤੇ 10 ਦਸੰਬਰ ਨੂੰ। ਤੇ ਨਿਊ ਦਿੱਲੀ ਦੇ ਵਿੱਚ ਤਾਂ ਹੋਈ ਹੈ ਤੇ ਉੱਥੇ ਇੱਕ ਪ੍ਰਗਤੀ ਮੈਦਾਨ ਹੈ ਜਿੱਥੇ ਇੱਕ ਕਨਵੈਨਸ਼ਨ ਸੈਂਟਰ ਬਣਾਇਆ ਗਿਆ ਸੀ ਜਿਸ ਦਾ ਨਾਮ ਹੈਗਾ ਭਾਰਤ ਮੰਡਪਮ। ਨਿਊ ਦਿੱਲੀ ਦੇ ਵਿੱਚ ਹੋਈ ਹੈ ਤੇ ਉੱਥੇ ਇੱਕ ਮੈਦਾਨ ਹੈ ਪ੍ਰਗਤੀ ਮੈਦਾਨ। ਪ੍ਰਗਤੀ ਮੈਦਾਨ ਦੇ ਵਿੱਚ ਭਾਰਤ ਮੰਡਪਮ ਵਾਲੀ ਜਗ੍ਹਾ ਤੇ G20 ਦਾ ਸੰਮੇਲਨ ਆਯੋਜਿਤ ਕੀਤਾ ਗਿਆ ਸੀ। ਤੇ G20 ਦੀ ਫਾਊਂਡਰ ਦੱਸਦਾ ਮੈਂ ਤੁਹਾਨੂੰ ਕਦੋਂ ਬਣਿਆ 1999 ਦੇ ਵਿੱਚ। ਇਹ ਚੀਜ਼ ਵੀ ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕੀ ਹਾਂ ਕਿ ਇੰਡੀਆ ਜਿਹੜਾ ਉਹ ਫਾਊਂਡਿੰਗ ਮੈਂਬਰ ਹੈ, ਸੰਸਥਾਪਕ ਮੈਂਬਰ ਹੈ। ਜਦੋਂ 1999 ਦੇ ਵਿੱਚ G20 ਬਣੀ ਸੀ ਤਾਂ ਇੰਡੀਆ G20 ਦਾ 1999 ਤੋਂ ਹੀ ਮੈਂਬਰ ਹੈ। ਇਸ ਨੂੰ ਹੀ ਆਪਾਂ ਫਾਊਂਡਿੰਗ ਮੈਂਬਰ ਕਹਿੰਦੇ ਹਾਂ। ਤੇ ਹੁਣ ਇੱਕ ਚੀਜ਼ ਹੋਰ ਦੇਖਣ ਵਾਲੀ ਹੈ, ਜੋ G20 ਹੈ ਉਹ ਆਪਣੀ 1 ਦਸੰਬਰ 2022 ਤੋਂ ਸਟਾਰਟ ਹੋ ਗਈ ਸੀ ਤੇ ਅਪਰੋਕਸ ਇਹ ਨਵੰਬਰ ਤੱਕ ਚੱਲੀ ਹੈ 2023 ਤੱਕ। ਤਾਂ ਇਹਦੇ ਵਿੱਚ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਸੀ, ਮਤਲਬ 200 ਤੋਂ ਪਲੱਸ ਮੀਟਿੰਗਸ ਆਪਾਂ ਕਹਿ ਸਕਦੇ ਹਾਂ ਹੋਈਆਂ ਸੀ। ਤਾਂ ਇਹਦੇ ਵਿੱਚ ਜਿਹੜੇ ਇੰਪੋਰਟੈਂਟ ਕੁਐਸਚਨ ਹੈ ਪੇਪਰ ਪੁਆਇੰਟ ਆਫ ਵਿਊ ਤੋਂ ਇਹ ਬਣਦਾ ਵੀ ਜੋ ਫਰਸਟ ਮੀਟਿੰਗ ਹੈਗੀ ਹੈ G20 ਦੀ ਇੰਡੀਆ ਦੇ ਵਿੱਚ ਕਿੱਥੇ ਹੋਈ ਸੀ, ਪੁਡੂਚੇਰੀ ਦੇ ਵਿੱਚ ਹੋਈ ਸੀ। ਇਹ ਪੁਆਇੰਟ ਆਪਾਂ ਨੇ ਧਿਆਨ 'ਚ ਰੱਖਣਾ। ਉਸ ਤੋਂ ਬਾਅਦ ਹੈਗਾ ਇਹ ਚੀਜ਼ ਆਪਾਂ ਨੇ ਦੇਖ ਲਈ ਵੀ ਜਿਹੜਾ G20 ਹੈ ਉਹ 1999 ਦੇ ਵਿੱਚ ਗਠਿਤ ਹੋਇਆ, ਬਟ ਇਸ ਦੀਆਂ ਮੀਟਿੰਗਸ 'ਤੇ ਵੀ ਆਪਾਂ ਨੂੰ ਕੁਐਸਚਨ ਬਣ ਸਕਦਾ ਹੈ। ਤਾਂ ਜੋ ਪਹਿਲੀ ਮੀਟਿੰਗ ਹੈਗੀ ਹੈ G20 ਦੀ ਉਹ ਕਿੱਥੇ ਹੋਈ ਸੀ, US ਦੇ ਵਿੱਚ ਹੋਈ ਸੀ 2008 ਦੇ ਵਿੱਚ। ਸੈਕਿੰਡ ਸਮਿਟ ਵੀ ਕਿੱਥੇ ਹੋਈ ਸੀ, US ਦੇ ਵਿੱਚ ਹੀ ਹੋਈ ਸੀ 2009 ਦੇ ਵਿੱਚ। ਤੇ ਜਦੋਂ 2008 ਦੇ ਵਿੱਚ G20 ਦਾ ਪਹਿਲਾ ਸੰਮੇਲਨ ਹੋਇਆ USA ਦੇ ਵਿੱਚ, ਤਾਂ ਇੰਡੀਆ ਦਾ ਉਸ ਟਾਈਮ 'ਤੇ ਪ੍ਰਧਾਨ ਮੰਤਰੀ ਕੌਣ ਸੀ, ਡਾਕਟਰ ਮਨਮੋਹਨ ਸਿੰਘ। ਇਹ ਚੀਜ਼ ਆਪਾਂ ਨੇ ਧਿਆਨ ਰੱਖਣੀ ਹੈ, ਪੇਪਰ 'ਚ ਕੁਐਸਚਨ ਪੁੱਛ ਸਕਦੇ ਹਾਂ ਆਪਾਂ ਨੂੰ। ਰੀਸੈਂਟ ਇਹੀ ਚੀਜ਼ਾਂ ਪੁੱਛ ਰਹੇ ਨੇ ਕਰੰਟ ਦੇ ਨਾਲ ਸਟੈਟਿਕ ਰਿਲੇਟ ਕਰਕੇ। ਤੇ ਹੁਣ ਜਿਹੜਾ ਸੰਸਕਰਨ ਐਡੀਸ਼ਨ ਹੋ ਰਿਹਾ ਆਪਣਾ G20 ਦਾ ਇੰਡੀਆ ਦੇ ਵਿੱਚ ਉਹ 18ਵੇਂ ਨੰਬਰ ਦਾ 18th ਨੰਬਰ ਦਾ ਐਡੀਸ਼ਨ ਹੋ ਰਿਹਾ ਹੈ। ਤੇ ਆਪਾਂ ਨੇ ਇਸ ਤੋਂ ਇੱਕ ਪਿਛਲਾ ਤੇ ਇੱਕ ਇਸ ਤੋਂ ਅਗਲਾ ਵੀ ਯਾਦ ਕਰਨਾ ਹੁੰਦਾ। 17ਵੀਂ ਮੀਟਿੰਗ ਕਿੱਥੇ ਹੋਈ ਸੀ, ਇੰਡੋਨੇਸ਼ੀਆ ਦੇ ਵਿੱਚ ਹੋਈ ਸੀ ਬਾਲੀ ਦੇ ਵਿੱਚ। ਤੇ 18ਵੀਂ ਆਪਣੇ ਇੰਡੀਆ ਦੇ ਵਿੱਚ ਹੋਈ ਹੈ ਤੇ 19ਵੀਂ ਹੋਣੀ ਹੈ ਬ੍ਰਾਜ਼ੀਲ ਦੇ ਰੀਓ ਦੇ ਵਿੱਚ।
ਤੇ 20ਵੀਂ ਵੀ ਅਗਰ ਤੁਸੀਂ ਦੇਖਣਾ ਥੋੜ੍ਹਾ ਜਿਹਾ ਦੇਖ ਸਕਦੇ ਹੋ, ਸਾਊਥ ਅਫਰੀਕਾ ਦੇ ਵਿੱਚ ਹੋਈ ਹੈ ਤੇ 21ਵੀਂ USA ਦੇ ਵਿੱਚ ਹੋਈ ਹੈ। ਹੁਣ ਤੱਕ USA ਸਿਰਫ ਇਕਲੌਤਾ ਐਵੇਂ ਦਾ ਕੰਟਰੀ ਹੈ ਜਿੱਥੇ G20 ਦਾ ਸਮਿਟ 2 ਵਾਰੀ ਹੋਸਟ ਕੀਤਾ, ਸਿਰਫ USA ਨੇ। ਤਾਂ ਉਸ ਤੋਂ ਬਾਅਦ 2026 ਦੇ ਵਿੱਚ ਜਦੋਂ 21ਵਾਂ ਸੰਮੇਲਨ ਹੋਣਾ ਹੈ USA ਦੇ ਵਿੱਚ, ਤਾਂ USA ਤੀਜਾ ਕੰਟਰੀ ਮਤਲਬ ਪਹਿਲਾ ਕੰਟਰੀ ਬਣ ਜੂਗਾ ਜਿੱਥੇ 3 ਵਾਰੀ G20 ਦਾ ਸੰਮੇਲਨ ਹੋਇਆ ਹੈ। ਉਸ ਤੋਂ ਬਾਅਦ ਹੈਗਾ ਨਿਊ ਕੰਟਰੀਜ਼ ਕਿਹੜੇ G20 ਦੇ ਵਿੱਚ ਐਡ ਹੋਏ ਹੈ। ਤਾਂ ਸਭ ਤੋਂ ਪਹਿਲਾਂ ਤਾਂ ਇਸ ਵਾਰੀ ਸਿਰਫ ਇੱਕ ਕੰਟਰੀ ਹੀ ਐਵੇਂ ਦਾ ਹੈਗਾ ਜਿਹੜਾ G20 ਦੇ ਵਿੱਚ ਐਡ ਹੋਇਆ ਹੈ, ਜਿਸ ਦਾ ਨਾਮ ਹੈਗਾ ਅਫਰੀਕਨ ਯੂਨੀਅਨ। ਇਹ ਕੰਟਰੀ ਨਹੀਂ ਹੈਗਾ, ਇੱਕ ਤਰ੍ਹਾਂ ਦਾ ਯੂਨੀਅਨ ਹੈ। ਯੂਨੀਅਨ ਦਾ ਮਤਲਬ ਕੀ ਹੁੰਦਾ? ਇਹਦੇ ਵਿੱਚ ਬਹੁਤ ਸਾਰੇ ਦੇਸ਼ ਨੇ, ਇਹਦੇ ਵਿੱਚ 55 ਦੇਸ਼ ਸ਼ਾਮਿਲ ਨੇ, ਤਾਂ ਕਰਕੇ ਇਹ ਇੱਕ ਯੂਨੀਅਨ ਬਣ ਗਈ, ਮਤਲਬ ਸੰਘ ਬਣ ਗਿਆ, ਅਫਰੀਕਨ ਸੰਘ। ਇਹ 21ਵਾਂ ਮੈਂਬਰ ਬਣਿਆ ਆਪਣੇ G20 ਦਾ। ਤੇ ਇਸ ਦੇ PM ਦਾ ਨਾਮ ਵੀ ਤੁਸੀਂ ਯਾਦ ਰੱਖਣਾ ਹੈ। PM ਦਾ ਨਾਮ ਹੈਗਾ ਅਜਾਲੀ ਅਸੋਮਨੀ। PM ਦਾ ਨੇਮ ਹੈਗਾ ਅਜਾਲੀ ਅਸੋਮਨੀ। ਤੇ ਇੱਕ ਚੀਜ਼ ਅਜਾਲੀ ਅਸੋਮਨੀ ਦੇ ਆਪਾਂ ਨੇ ਹੋਰ ਚੀਜ਼ ਯਾਦ ਰੱਖਣੀ ਹੈ, ਜਿਹੜਾ ਇਹ ਅਜਾਲੀ ਅਸੋਮਨੀ ਹੈ ਇਹ ਪ੍ਰੈਜ਼ੀਡੈਂਟ ਵੀ ਹੈਗਾ ਉੱਥੋਂ ਦਾ, ਤਾਂ ਇਹ ਪ੍ਰਧਾਨ ਮੰਤਰੀ ਹੈ ਕਿੱਥੋਂ ਦਾ? ਅਫਰੀਕਨ ਯੂਨੀਅਨ ਦਾ। ਬਟ ਇਹ ਪ੍ਰੈਜ਼ੀਡੈਂਟ ਹੈਗਾ ਯੂਨੀਅਨ ਆਫ ਕੋਮੋਰੋਸ ਦਾ। ਰਾਸ਼ਟਰਪਤੀ ਹੈਗਾ ਇਹ ਯੂਨੀਅਨ ਆਫ ਕੋਮੋਰੋਸ ਦਾ। ਇਹਦੇ 2 ਪੁਆਇੰਟ ਆਪਾਂ ਨੇ ਯਾਦ ਰੱਖਣੀ ਹੈ ਕਿਉਂਕਿ ਇਹ ਰੀਸੈਂਟ ਕੀ ਹੈ ਮੈਂਬਰ ਬਣਿਆ G20 ਦਾ, ਤਾਂ ਆਪਾਂ ਕੋਈ ਵੀ ਪੁਆਇੰਟ ਸਕਿਪ ਨਹੀਂ ਕਰ ਸਕਦੇ। ਇਹਦਾ ਹੈੱਡਕੁਆਟਰ ਵੀ ਲਰਨ ਕਰਨਾ ਆਪਾਂ ਨੇ, ਇਹਦੇ ਵਿੱਚ ਕਿੰਨੇ ਕੰਟਰੀਜ਼ ਹੈਗੇ ਉਹ ਵੀ ਲਰਨ ਕਰਨਾ, ਤੇ ਇਹ ਬਣਿਆ ਕਦੋਂ ਸੀ ਉਹ ਵੀ ਲਰਨ ਕਰਨਾ। ਉਸ ਤੋਂ ਬਾਅਦ ਕੰਟਰੀਜ਼ ਇਹਦੇ ਵਿੱਚ ਹੈਗੀਆਂ 55। ਹੈੱਡਕੁਆਟਰ ਹੈਗਾ ਇਹਦਾ ਇਥੋਪੀਆ ਦੇ ਵਿੱਚ। ਤੇ ਜਿਹੜੀ ਅਫਰੀਕਨ ਯੂਨੀਅਨ ਹੈ, ਜਿਹੜਾ 21ਵਾਂ ਮੈਂਬਰ ਬਣਿਆ G20 ਦਾ, ਉਹ ਬਣਿਆ ਸੀ 9 ਜੁਲਾਈ 2002 ਨੂੰ ਦਰਬਨ, ਸਾਊਥ ਅਫਰੀਕਾ ਦੇ ਵਿੱਚ। ਤੇ ਨੈਕਸਟ ਹੈਗਾ G20 ਦੇ ਮੈਂਬਰ ਕੰਟਰੀਜ਼। G20 ਦਾ ਮਤਲਬ ਕੀ ਸਮਝਦੇ ਆਪਾਂ? 20 ਦੇਸ਼, 20 ਦੇਸ਼ਾਂ ਦਾ ਇਹ ਇੱਕ ਗਰੁੱਪ ਹੈ G20। ਹੁਣ ਆਪਾਂ ਇਸ ਦੇ ਬਾਰੇ ਸ਼ਾਰਟ ਟ੍ਰਿਕ ਨਾਲ ਦੇਖਾਂਗੇ ਵੀ G20 ਦੇ ਵਿੱਚ ਕਿਹੜੇ ਮੈਂਬਰ ਕੰਟਰੀਜ਼ ਹੈ। गुरु जी सीता अब SSC FCI में काम करती है। ਤੁਸੀਂ ਇਸ ਲਾਈਨ ਨੂੰ 2 ਤੋਂ 3 ਵਾਰੀ ਬੋਲੋਗੇ ਤਾਂ ਤੁਹਾਡੇ ਖੁਦ ਲਰਨ ਹੋ ਜੂਗੀ ਇਹ। ਹੁਣ ਕੁਐਸਚਨ ਇੱਥੇ ਇਹ ਰਾਈਜ਼ ਹੁੰਦਾ ਹੈ, ਅਗਰ ਆਪਾਂ ਨੂੰ ਪੇਪਰ 'ਚ ਕੁਐਸਚਨ ਆਉਂਦਾ ਹੈ ਵੀ G20 ਦੇ ਵਿੱਚ ਕਿੰਨੇ ਕੰਟਰੀਜ਼ ਨੇ, ਤੁਸੀਂ ਕੀ ਲਗਾ ਕੇ ਆਉਂਗੇ? 20। ਬਟ ਨਹੀਂ, ਇਹਦੇ ਵਿੱਚ ਕੰਟਰੀਜ਼ ਕਿੰਨੇ ਨੇ? 19। ਕਿਉਂਕਿ ਇੱਕ ਇਹਦੇ ਵਿੱਚ ਯੂਨੀਅਨ ਹੈ, ਜਿਵੇਂ ਆਪਾਂ ਇੱਕ ਅਫਰੀਕਨ ਯੂਨੀਅਨ ਕੀਤਾ ਹੈ ਤਾਂ ਉਸੇ ਤਰ੍ਹਾਂ ਹੀ G20 ਦੇ ਵਿੱਚ 19 ਕੰਟਰੀ ਨੇ ਤੇ ਇੱਕ ਯੂਨੀਅਨ ਹੈ ਜਿਸ ਦਾ ਨਾਮ ਹੈਗਾ ਯੂਰਪੀਅਨ ਯੂਨੀਅਨ। ਅਫਰੀਕਨ ਯੂਨੀਅਨ ਦੇ ਵਿੱਚ ਆਪਾਂ ਨੇ ਕਿੰਨੇ ਕੰਟਰੀ ਪੜ੍ਹੇ ਹੈ? 55 ਤੇ ਇਸ ਦੇ ਵਿੱਚ ਕਿੰਨੇ ਕੰਟਰੀਜ਼ ਹੈਗੇ? 27 ਯੂਰਪੀਅਨ ਯੂਨੀਅਨ ਦੇ ਵਿੱਚ। ਹੁਣ ਦੇਖੋ ਪਹਿਲਾਂ ਗੁਰੂ ਪੜ੍ਹਦੇ ਆਪਾਂ। GURU ਜੀ ਜਰਮਨੀ, UK ਰਸ਼ੀਆ, USA। JI ਜਾਪਾਨ, ਇਟਲੀ। ਸੀਤਾ S ਤੋਂ ਸਾਊਥ ਅਫਰੀਕਾ, I ਤੋਂ ਇੰਡੋਨੇਸ਼ੀਆ, T ਤੋਂ ਤੁਰਕੀ, A ਤੋਂ ਆਸਟ੍ਰੇਲੀਆ। ਅਬ A ਤੋਂ ਅਰਜਨਟੀਨਾ, B ਤੋਂ ਬ੍ਰਾਜ਼ੀਲ। SSC ਸਾਊਥ ਕੋਰੀਆ, ਸਾਊਦੀ ਅਰੇਬੀਆ, ਕੈਨੇਡਾ। FCI ਫਰਾਂਸ, ਚਾਈਨਾ, ਇੰਡੀਆ। ME ਮੈਕਸੀਕੋ ਤੇ ਯੂਰਪੀਅਨ ਯੂਨੀਅਨ। ਇਹਦੇ ਵਿੱਚ ਕਿੰਨੇ ਕੰਟਰੀਜ਼ ਹੈ? 27 ਕੰਟਰੀਜ਼। ਤੇ ਹੈੱਡਕੁਆਟਰ ਕਿੱਥੇ ਹੈ ਇਹਦਾ? ਬਰੂਸਲਸ, ਬੈਲਜੀਅਮ ਦੇ ਵਿੱਚ। ਤੇ ਇੱਕ ਚੀਜ਼ ਤੁਹਾਨੂੰ ਬਹੁਤ ਈਜ਼ੀ ਹੋ ਜੂਗੀ ਯਾਦ ਕਰਨੀ, ਵੀ ਤੁਸੀਂ ਦੇਖਿਆ ਹੋਣਾ ਐਸ ਤੋਂ ਇਹਦੇ ਵਿੱਚ 3 ਕੰਟਰੀਜ਼ ਹੈ। ਐਸ ਤੋਂ ਜਿਹੜੇ ਵੀ ਕੰਟਰੀਜ਼ ਹੈਗੇ ਆ ਉਹ ਸਿੱਧੇ ਨਹੀਂ ਹੈਗੇ, ਜਿਵੇਂ ਉਹਦੇ ਵਿੱਚ 2 ਵਰਡਸ ਬਣ ਰਹੇ ਆ, ਜਿਵੇਂ ਸਾਊਥ ਅਫਰੀਕਾ, ਸਾਊਥ ਕੋਰੀਆ, ਸਾਊਦੀ ਅਰੇਬੀਆ। ਤਾਂ ਤੁਹਾਨੂੰ ਯਾਦ ਕਰਨਾ ਈਜ਼ੀ ਹੋ ਜੂਗਾ ਕਿਉਂਕਿ ਜਿਹੜੇ ਸਿੰਗਲ ਵਰਡ ਨੇ, ਜਿਵੇਂ ਸਿੰਗਾਪੁਰ ਹੈ, ਕੋਈ ਸਪੇਨ ਹੈ, ਸੀਰੀਆ, ਐਵੇਂ ਦਾ ਕੋਈ ਵੀ ਕੰਟਰੀ ਨਹੀਂ ਹੈਗਾ। ਮਤਲਬ 2 ਵਰਡ ਤੋਂ ਮਿਲ ਕੇ ਕੋਈ ਵੀ ਜਿਹੜਾ ਐਸ ਵਾਲਾ ਬਣੂਗਾ, ਤਾਂ ਇਸ ਕਰਕੇ ਯਾਦ ਕਰਨਾ ਆਪਾਂ ਨੂੰ ਈਜ਼ੀ ਹੋ ਜੂਗਾ। ਤੇ ਹੁਣ G20 ਦੇ ਵਿੱਚ 20 ਮੈਂਬਰ ਹੈਗੇ ਹੈ। ਕੀ ਇਹ ਸਾਰੇ G20 ਸੰਮੇਲਨ ਜਿਹੜਾ ਇੰਡੀਆ ਦੇ ਵਿੱਚ ਹੋਇਆ ਪਹੁੰਚੇ ਸੀ? ਨਹੀਂ, ਸਿਰਫ 17 ਕੰਟਰੀਜ਼ ਨੇ ਇਸ ਵਾਰੀ ਪਾਰਟੀਸਪੇਟ ਕੀਤਾ ਹੈ G20 ਦੇ ਵਿੱਚ। 3 ਕੰਟਰੀਜ਼ ਦੇ ਆਪਾਂ ਨੂੰ ਨਾਮ ਲਰਨ ਕਰਨੇ ਪੈਣਗੇ ਵੀ ਕਿਹੜੇ ਕੰਟਰੀਜ਼ ਹੈ ਉਹ G20 ਦੇ ਵਿੱਚ ਨਹੀਂ ਆਏ ਹੈਗੇ। ਰਸ਼ੀਆ, ਚਾਈਨਾ ਐਂਡ ਮੈਕਸੀਕੋ। ਇਹ 3 ਕੰਟਰੀਜ਼ ਐਵੇਂ ਦੇ ਹੈ ਜਿਹੜੇ ਇੰਡੀਆ ਦੇ ਵਿੱਚ ਨਹੀਂ ਆਏ ਹੈਗੇ ਜਦੋਂ G20 ਦਾ ਸੰਮੇਲਨ ਚੱਲ ਰਿਹਾ ਸੀ। ਨੈਕਸਟ ਹੈਗਾ ਥੀਮ ਤੇ ਲੋਗੋ। ਸਭ ਤੋਂ ਪਹਿਲਾਂ ਤਾਂ ਥੀਮ ਬਾਰੇ ਡਿਸਕਸ ਕਰਦੇ ਹਾਂ। ਵਾਸੁਦੇਵਾਏ ਕੁਟੁੰਬਕਮ ਇਸ ਦੀ ਥੀਮ ਹੈ। ਜੋ ਇਸ ਦੀ ਥੀਮ ਹੈ ਵਾਸੁਦੇਵਾਏ ਕੁਟੁੰਬਕਮ, ਇਹ ਆਪਣੇ ਮਹਾ ਉਪਨਿਸ਼ਦ ਦੇ ਵਿੱਚੋਂ ਲਈ ਹੈ। ਇਹਦਾ ਮਤਲਬ ਹੈਗਾ
ਵਨ ਅਰਥ, ਵਨ ਫੈਮਿਲੀ, ਵਨ ਫਿਊਚਰ। ਇਸ ਨੂੰ ਯਾਦ ਕਿਵੇਂ ਕੀਤਾ ਜਾ ਸਕਦਾ ਹੈ? ਸਭ ਤੋਂ ਪਹਿਲਾਂ ਤਾਂ ਦੇਖੋ ਤੁਹਾਨੂੰ ਐਗਜ਼ਾਮ ਵਾਲਾ ਕੀ ਪਾਊਗਾ, ਇਹਦਾ ਸੀਕੁਐਂਸ ਪਾ ਦੂਗਾ ਵੀ ਪਹਿਲਾਂ ਵਨ ਫੈਮਿਲੀ ਹੈ, ਵਨ ਅਰਥ ਹੈ ਕਿ ਵਨ ਫਿਊਚਰ ਹੈ। ਸੈਕਿੰਡ ਆਪਸ਼ਨ ਦੇ ਦੂਗਾ ਵਨ ਫਿਊਚਰ ਹੈ, ਵਨ ਫੈਮਿਲੀ ਹੈ ਕਿ ਵਨ ਅਰਥ ਹੈ। ਥਰਡ ਦੇ ਦੂਗਾ ਵਨ ਅਰਥ ਹੈ, ਵਨ ਫੈਮਿਲੀ ਹੈ, ਵਨ ਫਿਊਚਰ ਹੈ। ਬਟ ਆਪਾਂ ਨੇ ਕਿਹੜੀ ਆਪਸ਼ਨ ਟਿਕ ਕਰਕੇ ਆਉਣੀ ਹੈ? ਥਰਡ ਆਪਸ਼ਨ, ਜਿਹਦੇ ਵਿੱਚ ਵਨ ਅਰਥ, ਵਨ ਫੈਮਿਲੀ, ਵਨ ਫਿਊਚਰ। ਯਾਦ ਕਿਵੇਂ ਕਰ ਸਕਦੇ ਹਾਂ? ਸਭ ਤੋਂ ਪਹਿਲਾਂ ਤਾਂ ਦੇਖੋ ਕੀ ਬਣੀ ਆਪਣੀ ਧਰਤੀ, ਵਨ ਅਰਥ। ਅਗਰ ਧਰਤੀ ਹੋਊਗੀ ਫੇਰ ਹੀ ਤਾਂ ਆਪਣੀ ਫੈਮਿਲੀ ਹੋਊਗੀ ਨਾ। ਕੀ ਬਣਿਆ? ਵਨ ਫੈਮਿਲੀ। ਅਗਰ ਫੈਮਿਲੀ ਹੋਊਗੀ ਫੇਰ ਹੀ ਆਪਾਂ ਆਪਣੇ ਫਿਊਚਰ ਬਾਰੇ ਸੋਚਾਂਗੇ, ਤਾਂ ਵਨ ਫਿਊਚਰ। ਬਹੁਤ ਈਜ਼ੀ ਹੈ ਯਾਦ ਕਰਨਾ। ਸਭ ਤੋਂ ਪਹਿਲਾਂ ਤਾਂ ਕੀ ਹੋਊਗੀ? ਧਰਤੀ। ਫੇਰ ਕੀ ਬਣੂਗੀ? ਆਪਣੀ ਫੈਮਿਲੀ। ਫੇਰ ਕੀ ਹੋਊਗਾ? ਆਪਣਾ ਫਿਊਚਰ। ਵਨ ਅਰਥ, ਵਨ ਫੈਮਿਲੀ, ਵਨ ਫਿਊਚਰ। ਬਹੁਤ ਈਜ਼ੀ ਹੈ। ਉਸ ਤੋਂ ਬਾਅਦ ਲੋਗੋ 'ਤੇ ਵੀ ਦੇਖ ਲੈਂਦੇ ਆਪਾਂ, ਕਿਉਂਕਿ ਕੋਈ ਵੀ ਕੁਐਸਚਨ ਆਪਾਂ ਸਕਿਪ ਨਹੀਂ ਕਰ ਸਕਦੇ। ਲੋਗੋ, ਹੁਣ ਇੰਡੀਆ ਫਲੈਗ ਦੇ ਵਿੱਚ ਕਿੰਨੇ ਕਲਰਸ ਹੈ? 4 ਕਲਰਸ, 4 ਰੰਗ ਨੇ। ਕਿਹੜੇ ਕਿਹੜੇ? ਕੇਸਰੀ, ਸਫੇਦ ਜਾਂ ਚਿੱਟਾ, ਹਰਾ, ਅਤੇ ਜਿਹੜਾ ਅਸ਼ੋਕਾ ਚੱਕਰ ਹੈ ਉਹਦਾ ਕਲਰ ਕਿਹੜਾ ਹੈਗਾ ਰਾਜੇ? ਬਲਿਊ। ਤਾਂ ਉਹੀ ਸੇਮ ਕਲਰਸ ਕਿਹਦੇ ਵਿੱਚ ਨੇ? ਆਪਣੇ ਲੋਗੋ ਦੇ ਵਿੱਚ ਨੇ। ਸੈਫਰਨ ਕੇਸਰੀ, ਗ੍ਰੀਨ ਹਰਾ, ਵਾਈਟ ਚਿੱਟਾ ਜਾਂ ਸਫੇਦ, ਬਲਿਊ ਨੀਲਾ। ਹੋ ਗਏ ਆਪਣੇ ਲਰਨ ਕਲਰਸ ਵੀ G20 ਲੋਗੋ ਦੇ। ਤਾਂ ਜਿਹੜਾ ਲੋਗੋ ਹੈ ਉਹਦੇ ਨੀਚੇ ਕੀ ਹੈ? ਕਮਲ ਦਾ ਫੁੱਲ ਹੈ, ਅਤੇ ਉੱਪਰ ਆਪਣੀ ਪ੍ਰਿਥਵੀ ਦੀ ਸ਼ੇਪ ਹੈ। ਉਸ ਤੋਂ ਬਾਅਦ ਹੈਗਾ ਨਟਰਾਜ ਦਾ ਸਟੈਚੂ। ਜੋ ਭਾਰਤ ਮੰਡਪਮ ਬਣਿਆ ਹੈ ਉਸ ਦੇ ਆਊਟਸਾਈਡ 'ਤੇ ਨਟਰਾਜ ਦਾ ਸਟੈਚੂ ਲੱਗਿਆ ਹੈ। ਕਈ ਸੋਰਸਿਸ ਤੋਂ ਮਿਲ ਰਿਹਾ ਵੀ ਇਹ 27 ਫਿਟ ਲੰਬਾ ਹੈ, ਅਤੇ ਕਈ ਸੋਰਸਿਸ ਤੋਂ ਮਿਲ ਰਿਹਾ 28 ਫਿਟ ਲੰਬਾ ਹੈ। ਤੁਸੀਂ ਦੋਨੋਂ ਹੀ ਯਾਦ ਕਰ ਲਿਓ ਜਿਹੜਾ ਪੇਪਰ ਦੇ ਵਿੱਚ ਹੈ, ਬਟ ਜ਼ਿਆਦਾ ਰੈਲੀਵੈਂਟ 28 ਫਿਟ ਲੌਂਗ ਬਣ ਰਿਹਾ ਹੈ। ਤਾਂ ਜਿਹੜਾ ਇਹ ਨਟਰਾਜ ਦਾ ਸਟੈਚੂ ਹੈ, ਮੇਨ ਪੁਆਇੰਟ ਇਹਦਾ ਕੀ ਹੈ ਵੀ ਇਹ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਹੈ, ਸਟੈਚੂ ਹੈ ਨਟਰਾਜ ਦਾ। ਲੰਬਾ 28 ਫੀਟ ਲੰਬਾ, ਦੁਨੀਆ ਦਾ ਸਭ ਤੋਂ ਲੰਬਾ ਸਟੈਚੂ ਹੈ ਜਿਹੜਾ ਭਾਰਤ ਮੰਡਪਮ ਦੇ ਅੱਗੇ ਲੱਗਿਆ ਹੋਇਆ ਹੈ। ਸੈਕਿੰਡ ਪੁਆਇੰਟ, ਇਹਦਾ ਵੇਟ, ਭਾਰ ਕਿੰਨਾ? 19 ਟਨ। ਅਤੇ ਕਿਹਦੇ ਦੁਆਰਾ ਬਣਾਇਆ ਗਿਆ? ਸ਼੍ਰੀਕੰਦਾ ਸਤਾਪ੍ਰਥੀ ਬ੍ਰਦਰਜ਼ ਦੇ ਦੁਆਰਾ ਬਣਾਇਆ ਗਿਆ, ਜੋ ਕਿ ਤਾਮਿਲਨਾਡੂ ਤੋਂ ਬਿਲੋਂਗ ਕਰਦੇ ਨੇ। ਅਤੇ ਜਿਹੜਾ ਇਹ ਨਟਰਾਜ ਦੀ ਮੂਰਤੀ ਬਣਾਈ ਗਈ ਹੈ, ਇਹ ਅਸ਼ਟ ਧਾਤੂ ਮਤਲਬ 8 ਧਾਤਾਂ ਤੋਂ ਮਿਲ ਕੇ ਬਣੀ ਹੈ। ਅਲੱਗ-ਅਲੱਗ 8 ਧਾਤਾਂ, ਜਿਵੇਂ ਕੋਈ ਤਾਂਬਾ ਹੋ ਗਿਆ, ਕੋਈ ਚਾਂਦੀ ਹੋ ਗਿਆ, ਕੋਈ ਲੋਹਾ ਹੋ ਗਿਆ, ਐਵੇਂ ਦੀਆਂ 8 ਧਾਤਾਂ ਤੋਂ ਮਿਲ ਕੇ ਬਣੀ ਹੈ। ਅਤੇ ਜਿਹੜਾ ਇਹ ਨਟਰਾਜ ਦੀ ਮੂਰਤੀ ਹੈ ਇਹ ਚੋਲਾ ਡਾਇਨੈਸਟੀ ਨਾਲ ਬਿਲੋਂਗ ਕਰਦੀ ਹੈ। ਅਤੇ ਇਹ ਜਿਹੜੀ ਇਹਦੀ ਮੂਰਤੀ ਦੇ ਵਿੱਚ ਤਾਂਡਵ ਕਰਦੇ ਦਿਖਾਇਆ ਗਿਆ, ਜੋ ਭਗਵਾਨ ਸ਼ਿਵ ਕਰਦੇ ਸੀਗੇ। ਹੁਣ ਇੱਕ ਕੱਲ੍ਹ ਵੀਡੀਓ ਪਾਈ ਸੀ ਮੈਨੇ G20 ਦੇ ਗੈਸਟ ਕੰਟਰੀਜ਼ 'ਤੇ, ਉਹੀ ਹੈ ਬਟ ਫਿਰ ਵੀ ਚਲੋ ਇੱਕ ਵਾਰ ਰਿਪੀਟ ਕਰ ਦਿੰਦੀ ਹਾਂ ਮੈਂ, ਵਿਦ ਟ੍ਰਿਕ ਹੈ ਵੀ। ਮੈਨਸ ਬੋਨਸ, M ਤੋਂ ਮੋਰੀਸ਼ੀਅਸ, E ਤੋਂ ਇਜਿਪਟ, N ਤੋਂ ਨਾਈਜੀਰੀਆ, S ਤੋਂ ਸਪੇਨ, B ਤੋਂ ਬੰਗਲਾਦੇਸ਼, O ਤੋਂ ਓਮਾਨ, N ਤੋਂ ਨੀਦਰਲੈਂਡ, U ਤੋਂ UAE, S ਤੋਂ ਸਿੰਗਾਪੁਰ। ਇਹਦੇ ਵਿੱਚ ਵੀ ਇੱਕ ਚੀਜ਼ ਆਪਾਂ ਨੇ ਬਹੁਤ ਅੱਛੇ ਢੰਗ ਨਾਲ ਧਿਆਨ ਰੱਖਣੀ ਹੈ, ਇਹ ਜਿਹੜੇ ਕੰਟਰੀਜ਼ ਇਨਵਾਈਟਡ ਕੰਟਰੀਜ਼ ਹੈ, ਗੈਸਟ ਕੰਟਰੀਜ਼ ਹੈ, ਇਹ ਜਿਹੜੇ ਦੇਸ਼ ਦੇ ਵਿੱਚ ਵੀ ਸਮਿਟ ਚੱਲ ਰਿਹਾ ਹੁੰਦਾ ਉਹ ਆਪਣੇ ਅਕੋਰਡਿੰਗਲੀ ਬੁਲਾਉਂਦਾ ਵੀ ਕਿਹੜੇ ਦੇਸ਼ ਨਾਲ ਸਾਡੀ ਜ਼ਿਆਦਾ ਬਣਦੀ ਹੈ, ਕਿਹੜੇ ਦੇਸ਼ ਨੂੰ ਅਸੀਂ ਬੁਲਾਉਣਾ ਹੈ। ਇਹ ਜਿਹੜੇ ਕੰਟਰੀ ਹੋਸਟ ਕਰ ਰਿਹਾ ਹੁੰਦਾ, ਜਿਹੜੇ ਕੰਟਰੀ 'ਚ ਇਹ G20 ਦਾ ਸੰਮੇਲਨ ਹੋਣਾ ਹੁੰਦਾ, ਉਹ ਇਹ ਚੀਜ਼ ਡਿਸਾਈਡ ਕਰਦੇ ਆ। ਬਟ ਜਿਹੜਾ ਇੱਕ ਕੰਟਰੀ ਸਪੇਨ ਹੈ, ਇਹ ਸਪੇਨ ਕੰਟਰੀ ਜਿੱਥੇ ਵੀ G20 ਦਾ ਸੰਮੇਲਨ ਹੋਊਗਾ, ਇਹ ਐਜ਼ ਅ ਗੈਸਟ ਕੰਟਰੀ ਬੁਲਾਇਆ ਜਾਊਗਾ ਹੀ ਜਾਊਗਾ। ਮਤਲਬ ਇਹ ਡਿਸਾਈਡਡ ਲਿਸਟ ਦੇ ਵਿੱਚ ਨਹੀਂ ਆਉਂਦਾ, ਇਹ ਪਰਮਾਨੈਂਟ ਗੈਸਟ ਮੈਂਬਰ ਹੈਗਾ G20 ਦਾ ਹਰੇਕ ਸਾਲ। ਉਸ ਤੋਂ ਬਾਅਦ ਹੈਗਾ, ਹੁਣ ਆਪਾਂ ਨੇ ਦੇਖਿਆ ਸੀ G20 ਦੇ ਵਿੱਚ ਕਿੰਨੇ ਮੈਂਬਰ ਕੰਟਰੀਜ਼ ਹੈ? 19 ਕੰਟਰੀਜ਼ ਅਤੇ ਇੱਕ ਯੂਨੀਅਨ ਹੈ ਜਿਹਦਾ ਨਾਮ ਕਿ ਯੂਰਪੀਅਨ ਯੂਨੀਅਨ। ਇਹਨਾਂ ਦੇ PM ਆਏ ਹੋਣਗੇ, ਹੈੱਡ ਆਏ ਹੋਣਗੇ, ਕਿਤੇ ਹੈੱਡ PM ਹੁੰਦਾ, ਕਿਸੇ ਦੇਸ਼ ਦੇ ਵਿੱਚ ਹੈੱਡ ਪ੍ਰੈਜ਼ੀਡੈਂਟ ਹੁੰਦਾ। ਤਾਂ ਜਿਹੜਾ ਉਹਨਾਂ ਹੈੱਡ ਨੂੰ, ਜਿਹੜਾ ਉਹਨਾਂ ਦੇ ਮੇਨ ਬੰਦਿਆਂ ਨੂੰ, ਦੇਸ਼ਾਂ ਨੂੰ ਰਿਸੀਵ ਕੀਤਾ PM ਮੋਦੀ ਨੇ, ਉਹ ਉੱਥੇ ਇੱਕ ਕੋਨਾਰਕ ਚੱਕਰਾ ਬਣਾਇਆ ਸੀ, ਜਿਹੜਾ ਇਮੇਜ ਦੇ ਵਿੱਚ ਤੁਹਾਨੂੰ ਦਿਖ ਰਿਹਾ। ਉੱਥੇ ਸਾਰੇ ਗੈਸਟ ਨੂੰ ਉਹਨਾਂ ਨੇ ਕੀ ਕੀਤਾ? ਰਿਸੀਵ ਕੀਤਾ, ਜਿੱਥੇ ਉਹ ਮਿਲੇ ਨੇ। ਤਾਂ ਇਹ ਕੋਨਾਰਕ ਚੱਕਰਾ ਦਾ ਕੀ ਹਿਸਟਰੀ ਹੈ? ਇਹ ਇੱਕ ਕੋਨਾਰਕ ਸਨ ਟੈਂਪਲ ਹੈ ਉੜੀਸਾ ਦੇ ਵਿੱਚ, ਉੱਥੋਂ ਲਿਆ ਇਹ ਚੀਜ਼। ਹੁਣ ਮੇਨ ਚੀਜ਼ ਆਪਾਂ ਨੇ ਇਹ ਤਾਂ ਜ਼ਰੂਰ ਦੇਖਣੀ ਸੀ ਜਦੋਂ G20 ਪੜ੍ਹ ਰਹੇ ਹਾਂ ਵੀ ਕਿਹੜੇ ਕਿਹੜੇ ਸਮਝੌਤੇ ਹੋਏ ਨੇ, ਡੀਲਸ ਹੋਈਆਂ ਨੇ। ਇੰਨੇ ਕੰਟਰੀਜ਼ ਆਏ, ਇੰਨੇ ਹਾਈ ਲੈਵਲ ਡਿਵੈਲਪਡ ਕੰਟਰੀਜ਼ ਵੀ ਆਏ, ਡਿਵੈਲਪਿੰਗ ਕੰਟਰੀਜ਼ ਵੀ ਆਏ, ਤਾਂ ਕੋਈ ਤਾਂ ਸਮਝੌਤਾ ਇਹਨਾਂ ਨੇ ਕੀਤਾ ਹੋਣਾ। ਉਸ 'ਤੇ ਥੋੜ੍ਹਾ ਜਿਹਾ ਇੱਕ ਵਾਰੀ ਆਪਾਂ ਓਵਰਵਿਊ ਦੇਖ ਲੈਂਦੇ ਹਾਂ। ਸਭ ਤੋਂ ਪਹਿਲ ਤਾਂ ਇੰਡੀਆ ਮਿਡਲ ਈਸਟ ਯੂਰਪ ਕੋਰੀਡੋਰ,
ਬਣ ਰਿਹਾ ਹੈ, ਜਿਹੜਾ ਬੰਬੇ ਤੋਂ ਸਟਾਰਟ ਹੋ ਰਿਹਾ ਹੈ। ਅਤੇ ਇਹਦੇ ਵਿੱਚ ਕਿੰਨੇ ਕੰਟਰੀਜ਼ ਨੇ ਸਾਈਨ ਕੀਤੀ ਹੈ? ਇੱਕ MOU ਸਾਈਨ ਹੋਇਆ ਹੈ। ਕਿੰਨੇ ਕੰਟਰੀਜ਼ ਨੇ ਕੀਤਾ? 8 ਕੰਟਰੀਜ਼ ਨੇ। ਇਹਦੇ ਵਿੱਚ 7 ਕੰਟਰੀਜ਼ ਹੈ ਅਤੇ ਇੱਕ ਯੂਰਪੀਅਨ ਯੂਨੀਅਨ ਹੈ। ਕਿਹੜਾ ਕੋਰੀਡੋਰ ਹੈ ਰਾਜੇ? ਇੰਡੀਆ ਮਿਡਲ ਈਸਟ ਯੂਰਪ ਕੋਰੀਡੋਰ। ਕਿੰਨੇ ਕੰਟਰੀਜ਼ ਨੇ ਸਾਈਨ ਕੀਤੇ ਹੈ? ਟੋਟਲ 8 ਹੈ, 7 ਕੰਟਰੀਜ਼ ਹੈ ਅਤੇ ਇੱਕ ਯੂਰਪੀਅਨ ਯੂਨੀਅਨ ਹੈ। ਉਸ ਤੋਂ ਬਾਅਦ ਕਿਸ 'ਤੇ ਸਮਝੌਤਾ ਹੋਇਆ? ਗਲੋਬਲ ਬਾਇਓਫਿਊਲਸ ਅਲਾਇੰਸ। ਇਹਦੇ ਵਿੱਚ ਕੀ ਹੈਗਾ? ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਯਾਦ ਰੱਖਣੀ ਹੈ ਵੀ ਕਿੰਨੇ ਕੰਟਰੀਜ਼ ਨੇ ਸਾਈਨ ਕੀਤਾ? 19 ਕੰਟਰੀਜ਼ ਨੇ। 19 ਦੇਸ਼ਾਂ ਨੇ ਇਸ ਸਮਝੌਤੇ 'ਤੇ ਸਾਈਨ ਕੀਤੇ ਨੇ ਜਾਂ ਐਗਰੀਮੈਂਟ ਹੋਇਆ। ਇਸ ਦੇ ਵਿੱਚ ਕੀ ਚੀਜ਼ ਡਿਸਾਈਡ ਹੋਈ ਹੈ? ਇਹ ਫੈਸਲਾ ਕੀਤਾ ਗਿਆ ਹੈ PM ਮੋਦੀ ਦੇ ਦੁਆਰਾ ਵੀ ਜੋ ਪੈਟਰੋਲ ਹੈ ਉਹਦੇ ਵਿੱਚ ਅਸੀਂ 20% ਐਥਾਨੋਇਲ ਮਿਲਾਵਾਂਗੇ ਤਾਂ ਕਿ ਜੋ ਕਾਰਬਨ ਐਮਿਸ਼ਨ ਹੈ, ਜੋ ਕਾਰਬਨ ਪੈਦਾ ਹੁੰਦਾ ਹੈ, ਜੋ ਕਿ ਬਹੁਤ ਖਤਰਨਾਕ ਹੈ ਆਪਣੀ ਸਿਹਤ ਦੇ ਲਈ ਵੀ, ਆਪਣੇ ਵਾਤਾਵਰਨ ਦੇ ਲਈ ਵੀ, ਉਸ ਨੂੰ ਘਟਾਉਣ ਦੇ ਲਈ ਇੱਕ ਆਪਣੇ ਟਾਰਗੇਟ ਵੀ ਰੱਖਿਆ ਹੋਇਆ ਹੈ ਵੀ ਆਪਾਂ ਨੇ ਜੋ ਕਾਰਬਨ ਐਮਿਸ਼ਨ ਹੈ ਉਸ ਨੂੰ ਬਿਲਕੁਲ 0 ਤੱਕ ਪਹੁੰਚਾਉਣਾ ਹੈ। ਤਾਂ ਕਰਕੇ ਇਹ ਸਮਝੌਤਾ ਹੋਇਆ ਹੈ। ਸਮਝੌਤੇ ਦਾ ਨਾਮ ਕੀ ਹੈ? ਗਲੋਬਲ ਬਾਇਓਫਿਊਲਸ ਅਲਾਇੰਸ। ਅਤੇ ਉਸ ਤੋਂ ਬਾਅਦ ਹੈਗਾ 3rd ਪੁਆਇੰਟ। ਹੁਣ ਜਿੱਥੇ ਵੀ ਕੋਈ ਸਮਿਟ ਹੁੰਦੀ ਹੈ ਉਸ ਸਮਿਟ ਨੂੰ ਉਸ ਸ਼ਹਿਰ ਦੇ, ਉਸ ਸਿਟੀ ਦੇ ਨਾਮ ਨਾਲ ਪਿੱਛੇ ਡੈਕਲੇਰੇਸ਼ਨ ਲਗਾ ਦਿੱਤਾ ਜਾਂਦਾ ਹੈ। ਹੁਣ ਇਹ ਸਮਿਟ ਜਿਹੜਾ G20 ਸਮਿਟ ਹੋਇਆ, ਇਹ ਹੋਇਆ ਕਿੱਥੇ ਹੈ? ਦਿੱਲੀ ਦੇ ਵਿੱਚ। ਤਾਂ ਇਸ ਦਾ ਨਾਮ ਕੀ ਰੱਖਤਾ? ਨਿਊ ਦਿੱਲੀ ਡੈਕਲੇਰੇਸ਼ਨ। ਇੱਥੇ ਦੇਖੋ ਬਹੁਤ ਅੱਛੇ ਕੰਟਰੀ ਸਾਰੇ ਮਤਲਬ ਇਕੱਠੇ ਹੋਏ ਸੀ ਤਾਂ ਉਹਨੂੰ ਪੁੱਛਿਆ ਵੀ ਹਾਂਜੀ ਤੁਹਾਡਾ ਕੀ ਰੋਲ ਹੈ? ਉਹ ਕਹਿੰਦੇ ਸਾਨੂੰ ਦਿੱਕਤ ਹੈ ਰਸ਼ੀਆ ਯੂਕਰੇਨ ਵਾਰ ਤੋਂ। ਕੋਈ ਕਹਿੰਦਾ ਤੁਹਾਨੂੰ ਕੀ ਪ੍ਰੋਬਲਮ ਹੈ? ਉਹਨਾਂ ਨੇ ਆਪਣੀ ਪ੍ਰੋਬਲਮ ਦੱਸਤੀ। ਕੋਈ ਸਭ ਕੰਟਰੀਜ਼ ਨੂੰ ਪੁੱਛਿਆ, ਉਹਨਾਂ ਨੇ ਆਪਣੀ ਆਪਣੀ ਪ੍ਰੋਬਲਮ ਦੱਸਤੀ ਅਤੇ ਉਹ ਸਾਰੇ ਕੀ ਹੈ? ਲਿਖੀ ਗਈ। ਉਸ ਜਿਹੜਾ ਲਿਖਿਆ ਪੇਜ 'ਤੇ ਉਹਨੂੰ ਕੀ ਨਾਮ ਦਿੱਤਾ ਇਹਨਾਂ ਨੇ? ਨਿਊ ਦਿੱਲੀ ਡੈਕਲੇਰੇਸ਼ਨ। ਅਤੇ ਕੁਐਸਚਨ ਇਹ ਆ ਸਕਦਾ ਨਿਊ ਦਿੱਲੀ ਡੈਕਲੇਰੇਸ਼ਨ ਦੇ ਵਿੱਚ ਕਿੰਨੇ ਇਸ਼ੂਜ਼ ਜਾਂ ਕਿੰਨੇ ਮੁੱਦਿਆਂ 'ਤੇ ਗੱਲ ਕੀਤੀ ਗਈ? ਆਪਾਂ ਨੇ ਯਾਦ ਰੱਖਣਾ 73। ਆਪਾਂ ਨੇ ਯਾਦ ਰੱਖਣਾ 73 ਮੁੱਦਿਆਂ 'ਤੇ ਗੱਲ ਕੀਤੀ ਗਈ ਜਿਹੜੀ ਨਿਊ ਦਿੱਲੀ ਡੈਕਲੇਰੇਸ਼ਨ ਹੋਈ ਹੈ। ਕਿਹਦੇ ਵਿੱਚ? G20 ਸਮਿਟ ਦੇ ਵਿੱਚ, ਜਿਹੜੀ ਕਿੱਥੇ ਹੋਈ ਹੈ? ਨਿਊ ਦਿੱਲੀ ਦੇ ਵਿੱਚ ਹੋਈ ਹੈ। ਕਿਹੜੇ ਹਾਲ ਦੇ ਵਿੱਚ ਹੋਈ ਹੈ? ਇਹ ਤੁਸੀਂ ਦੱਸਣਾ ਕਮੈਂਟ ਦੇ ਵਿੱਚ ਮੈਨੂੰ। ਉਸ ਤੋਂ ਬਾਅਦ ਇਹ ਕੁਐਸਚਨਸ ਜੋ ਮੈਂ ਹੁਣ ਕਰਵਾ ਰਹੀ ਹਾਂ ਤੁਹਾਨੂੰ 4 ਕੁਐਸਚਨਸ, ਇਹ ਤਾਂ ਬਿਲਕੁਲ ਸਿੱਧਾ ਪੇਪਰ ਦੇ ਵਿੱਚ ਹੀ ਪੁੱਛੇ ਜਾਣਗੇ। ਸਪੈਸ਼ਲੀ PSSB ਨੂੰ ਅਗਰ ਤੁਸੀਂ ਟਾਰਗੇਟ ਕਰ ਰਹੇ ਹੋ ਜਾਂ PPSC ਨੂੰ ਟਾਰਗੇਟ ਕਰ ਰਹੇ ਹੋ ਤੁਸੀਂ। ਫਰਸਟ ਕੁਐਸਚਨ ਹੈਗਾ ਹੂ ਇਜ਼ ਇੰਡੀਆਜ਼ ਸ਼ੈਰਪਾ ਫॉर G20 2023। ਇੰਡੀਆ ਦਾ ਸ਼ੈਰਪਾ ਕੌਣ ਸੀ G20 ਮੀਟਿੰਗ ਦੇ ਵਿੱਚ? ਇਹਦੇ ਵਿੱਚ ਨਾ ਹੀ ਤਾਂ ਕੋਈ ਸਮਝਣ ਵਾਲੀ ਗੱਲ ਹੈ ਨਾ ਹੀ ਕੋਈ ਸਮਝਾਉਣ ਵਾਲੀ ਗੱਲ ਹੈ। ਇਹ ਜਸਟ ਤੁਸੀਂ ਕੁਐਸਚਨ ਐਜ਼ ਇਟ ਇਜ਼ ਹੀ ਲਰਨ ਕਰਨੇ ਨੇ। ਸ਼ੈਰਪਾ ਕੌਣ ਬਣਿਆ ਆਪਣਾ? ਅਮਿਤਾਭ ਕਾਂਤ। ਸੈਕਿੰਡ ਕੁਐਸਚਨ ਹੈਗਾ ਚੀਫ ਕੋਆਰਡੀਨੇਟਰ ਕੌਣ ਬਣਿਆ? ਹਰਸ਼ਵਰਧਨ ਸ਼੍ਰਿੰਗਲਾ। ਹਾਊ ਮੈਨੀ ਇੰਗੇਜਮੈਂਟ ਗਰੁੱਪਸ ਆਰ ਦੇਅਰ ਇਨ G20 2023। ਇੰਗੇਜਮੈਂਟ ਗਰੁੱਪਸ, ਹੁਣ ਤੁਸੀਂ ਇਸ ਚੀਜ਼ ਪੁੱਛੋਗੇ ਵੀ ਇੰਗੇਜਮੈਂਟ ਗਰੁੱਪਸ ਕੀ ਹੁੰਦਾ? ਸਭ ਤੋਂ ਪਹਿਲਾਂ ਤਾਂ ਤੁਸੀਂ ਯਾਦ ਰੱਖਣਾ ਇੰਗੇਜਮੈਂਟ ਗਰੁੱਪਸ ਕਿੰਨੇ ਹੈ? 12 ਨੇ। ਤਾਂ ਹੁਣ ਇੰਗੇਜਮੈਂਟ ਗਰੁੱਪਸ ਜਿਵੇਂ ਉੱਥੇ ਸਾਰੇ ਬੈਠੇ ਸੀ ਇਕੱਠੇ ਤਾਂ ਉਹਨਾਂ ਨੇ ਗਰੁੱਪਸ ਬਣਾ ਲਏ ਆਪਣੇ ਅਲੱਗ-ਅਲੱਗ, ਜਿਵੇਂ ਅਲੱਗ-ਅਲੱਗ ਵਿਸ਼ਿਆਂ 'ਤੇ ਚਰਚਾ ਕੀਤੀ। ਜਿਵੇਂ ਕਿ G20 ਵੂਮੈਨ, ਇਹ ਇੱਕ ਅਲੱਗ ਇੰਗੇਜਮੈਂਟ ਗਰੁੱਪ ਬਣ ਗਿਆ। ਫਿਰ ਉਹਨਾਂ ਨੇ ਕੋਈ ਬਿਜ਼ਨਸ 'ਤੇ ਗੱਲ ਕੀਤੀ, G20 ਬਿਜ਼ਨਸ ਅਲੱਗ ਬਣ ਗਿਆ। ਫਿਰ ਕੋਈ ਸਾਇੰਸ 'ਤੇ ਗੱਲ ਕੀਤੀ, G20 ਸਾਇੰਸ ਅਲੱਗ ਬਣ ਗਿਆ। ਫਿਰ ਯੂਥ 'ਤੇ ਗੱਲ ਕੀਤੀ, G20 ਯੂਥ ਅਲੱਗ ਬਣ ਗਿਆ। ਐਵੇਂ ਕਰਕੇ 12 ਵਿਸ਼ੇ ਨੇ ਜਿਨ੍ਹਾਂ ਨੂੰ ਆਪਾਂ ਇੰਗੇਜਮੈਂਟ ਗਰੁੱਪ ਕਹਿ ਦਿੰਦੇ ਹਾਂ। ਅਤੇ ਸਭ ਤੋਂ ਲਾਸਟ 'ਤੇ ਇੱਕ ਚੀਜ਼ ਦੱਸਣਾ ਚਾਹੂੰਗੀ, ਜਿਵੇਂ ਕਿ ਆਪਾਂ ਪੜ੍ਹਦੇ ਹਾਂ UN ਪੜ੍ਹਦੇ ਹਾਂ ਜਾਂ ਕੋਈ ਵੀ ਹੋਰ ਔਰਗੇਨਾਈਜੇਸ਼ਨ ਪੜ੍ਹਦੇ ਹਾਂ ਜਾਂ ਕੋਈ ਵੀ ਸਮਿਟ, ਇਹ ਵਰਲਡ ਲੈਵਲ 'ਤੇ ਸਮਿਟ ਹੈ G20 ਤਾਂ ਬਟ G20 ਦਾ ਕੋਈ ਆਪਦਾ ਹੈੱਡਕੁਆਟਰ ਨਹੀਂ ਹੈਗਾ ਅੱਜ ਤੱਕ ਵੀ, ਕੋਈ ਸੈਕਟਰੀਏਟ ਨਹੀਂ ਹੈਗਾ ਇਹਦਾ। ਤਾਂ ਇੱਕ ਵਾਰੀ ਫਰਾਂਸ ਦੇ PM ਸੀ ਜਿਸ ਦਾ ਨਾਮ ਸੀ ਨਿਕੋਲਸ ਸਾਰਕੋਜ਼ੀ, ਇਹਨਾਂ ਨੇ ਬੋਲਿਆ ਸੀ ਵੀ G20 ਦਾ ਇੱਕ ਪਰਮਾਨੈਂਟ ਹੈੱਡਕੁਆਟਰ ਹੋਣਾ ਚਾਹੀਦਾ, ਸੈਕਟਰੀਏਟ ਹੋਣਾ ਚਾਹੀਦਾ। ਤਾਂ ਇਹ ਕਰਵਾਉਣ ਦਾ ਸਿਰਫ ਇਹੀ ਮਕਸਦ ਹੈ। ਤੁਹਾਨੂੰ ਪੁੱਛਿਆ ਜਾ ਸਕਦਾ ਹੈ ਵੀ ਕਿਸ ਦੇਸ਼ ਦੇ ਪ੍ਰੈਜ਼ੀਡੈਂਟ ਨੇ ਸੁਝਾਅ ਦਿੱਤਾ ਸੀ? ਇਹਨਾਂ ਨੇ ਜਸਟ ਇੱਕ ਸੁਝਾਅ ਹੀ ਦਿੱਤਾ ਸੀ ਵੀ ਹੈੱਡਕੁਆਟਰ ਹੋਣਾ ਚਾਹੀਦਾ, ਬਟ ਹਾਲੇ ਤੱਕ ਵੀ G20 ਦਾ ਕੋਈ ਵੀ ਹੈੱਡਕੁਆਟਰ ਨਹੀਂ ਹੈਗਾ। ਤਾਂ ਤੁਹਾਨੂੰ ਇਹ ਕੁਐਸਚਨ ਪੁੱਛ ਸਕਦਾ ਵੀ ਕਿਹੜੇ ਦੇਸ਼ ਦੇ ਪ੍ਰੈਜ਼ੀਡੈਂਟ ਨੇ ਇਹ ਸੁਝਾਅ ਦਿੱਤਾ ਸੀ ਵੀ G20 ਦਾ ਹੈੱਡਕੁਆਟਰ ਹੋਣਾ ਚਾਹੀਦਾ ਹੈ? ਤਾਂ ਆਪਾਂ ਕੀ ਟਿਕ ਲਗਾ ਕੇ ਆਵਾਂਗੇ? ਫਰਾਂਸ ਦੇ ਨਿਕੋਲਸ ਸਾਰਕੋਜ਼ੀ ਨੇ ਇਹ ਸੁਝਾਅ ਦਿੱਤਾ ਸੀ। ਥੋੜ੍ਹਾ ਬਹੁਤ ਬੋਲਣ ਦੇ ਵਿੱਚ ਇੱਧਰ ਉੱਧਰ ਹੋ ਸਕਦਾ ਤਾਂ ਉਹ ਤੁਸੀਂ ਆਪੇ ਐਡਜਸਟ ਕਰ ਲਿਓ ਪਲੀਜ਼।